ਸਤਿ ਸ਼੍ਰੀ ਅਕਾਲ। ਤੇਜ ਪੰਜਾਬ ਨਿਊਜ਼ ਤੋਂ ਮੈਂ ਕਨਿਤਿਕਾ ਮਲਿਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਅੱਜ ਮੈਂ ਤੁਹਾਨੂੰ ਇਦਾਂ ਦੀ ਸ਼ਖਸੀਅਤ ਨਾਲ ਮਿਲਵਾਉਂਗੀ ਜੋ ਕਿ ਇਹ ਕਹਾਣੀ ਦੀ ਸੁਪਰ ਹੀਰੋ ਹੋ ਗਈ ਹੈ। ਤੇ ਅੱਜ ਆਪਾਂ ਗੱਲਬਾਤ ਕਰਨ ਵਾਲੇ ਹਾਂ ਡਾਕਟਰ ਸਵਰਾਜ ਗਰੋਵਰ ਦੇ ਨਾਲ, ਜਿਨ੍ਹਾਂ ਨੇ ਸਮਾਜ ਲਈ ਹੀ ਬਹੁਤ ਕੁਝ ਕੀਤਾ ਹੈ। ਤੇ ਆਓ ਅੱਜ ਆਪਾਂ ਤੁਹਾਨੂੰ ਡਾਕਟਰ ਸਵਰਾਜ ਗਰੋਵਰ ਨਾਲ ਮਿਲਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਹਾਂਜੀ ਮੈਮ, ਅਸੀਂ ਬਹੁਤ ਸੁਣਿਆ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਮਾਜ ਸੇਵਾ ਕੀਤੀ ਹੈ, ਮਤਲਬ ਛੋਟੇ ਹੁੰਦੇ ਤੋਂ ਹੀ ਤੁਸੀਂ ਸਮਾਜ ਸੇਵਾ ਸ਼ੁਰੂ ਕਰ ਦਿੱਤੀ ਸੀ। ਹਾਂ, ਇਹ ਮੈਨੂੰ ਲੱਗਦਾ ਕਿ ਇਹ ਰੱਬ ਦੀ ਕਿਰਪਾ ਸੀਗੀ ਔਰ ਮੇਰੇ ਮਾਂ-ਬਾਪ ਦਾ ਮੇਰੇ ਉੱਤੇ ਆਸ਼ੀਰਵਾਦ ਸੀਗਾ, ਕਿਉਂਕਿ ਮੇਰੇ ਪਿਤਾ ਜੀ ਜੇ ਰਾਮ ਆਸ਼ਰਮ ਸਕੂਲ ਦੇ ਵਿੱਚ ਹੈਡਮਾਸਟਰ ਸੀਗੇ ਔਰ ਮੇਰੀ ਮਾਤਾ ਜੀ ਆਰਿਆ ਸਮਾਜ ਹਾਈ ਸਕੂਲ ਦੇ ਵਿੱਚ ਸ਼ਰਦਾਨੰਦ ਬਾਜ਼ਾਰ ਦੇ ਵਿੱਚ ਧਾਰਮਿਕ ਟੀਚਰ ਸੀਗੇ, ਉਹ ਧਰਮ ਸ਼ਾਸਤਰ ਦੇ। ਤੇ ਮੈਂ ਆਪਣੇ ਪਿਤਾ ਜੀ ਨੂੰ ਵੀ ਇਹ ਦੇਖਦੀ ਸੀ ਕਿ ਉਹ ਰਾਤੀ ਵੀ ਕੋਈ ਉਹਨਾਂ ਕੋਲ ਆਉਂਦਾ ਸੀ, ਕੋਈ ਬਿਮਾਰ ਹੁੰਦਾ ਸੀ ਤਾਂ ਉਹ ਉਸੇ ਵੇਲੇ ਨੱਠਦੇ ਸੀ। ਘਰ ਵਿੱਚ ਜੋ ਥੋੜਾ ਬਹੁਤ ਪੈਸਾ ਪਿਆ ਹੁੰਦਾ ਸੀ, ਅਗਰ ਕੋਈ ਕਹਿੰਦਾ ਸੀ ਆ ਕੇ ਕਿ ਮੇਰੀ ਬੇਟੀ ਦੀ ਸ਼ਾਦੀ ਹੋਣ ਵਾਲੀ ਹੈ ਜਾਂ ਕਿਤਾਬਾਂ ਮੇਰੇ ਬੱਚੇ ਵਾਸਤੇ, ਉਸੇ ਵੇਲੇ ਉਹਨਾਂ ਨੂੰ ਦੇ ਦਿੰਦੇ ਸੀ। ਔਰ ਇਹ ਹੀ ਕਹਿੰਦੇ ਸੀ ਕਿ ਬੇਟਾ ਅਗਰ ਕੋਈ ਘਰ ਆਉਂਦਾ ਨਾ ਤੇ ਖੁਦ ਭਾਵੇਂ ਅੱਧੀ ਖਾ ਲਓ ਲੇਕਿਨ ਉਹਨੂੰ ਤੁਸੀਂ ਪੂਰੀ ਦਿਓ। ਔਰ ਮੈਂ ਉਸੇ ਵੇਲੇ ਹੀ ਕਹਿਣਾ ਚਾਹੀਦਾ ਹੈ, ਆਪਣੇ ਨਾਲ ਵੀ ਮੈਂ ਇੱਕ ਕਹਿਣਾ ਸੀ ਪ੍ਰੋਮਿਸ ਕੀਤਾ ਔਰ ਈਸ਼ਵਰ ਨਾਲ ਵੀ ਪ੍ਰੋਮਿਸ ਕੀਤਾ ਕਿ ਨਹੀਂ, ਮੈਂ ਅੰਤਿਮ ਸਾਂਸ ਵੀ ਅਗਰ ਲੈਣੀ ਹੈ ਤਾਂ ਮੈਂ ਉਸ ਸਮਾਜ ਸੇਵਾ ਦੀ ਵਾਸਤੇ ਲਵਾਂਗੀ। ਔਰ ਰੱਬ ਨੂੰ ਤਾਂ ਮੈਂ ਖੈਰ ਹਮੇਸ਼ਾ ਹੀ ਇੱਕ ਆਪਣੀ ਕਿਰਪਾ ਮੰਨਨੀ ਆ, ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਨੀ ਆ। ਔਰ ਮੇਰੇ ਜਿਹੜੇ ਇੰਨੇ ਵੱਡੇ ਸ਼ੁਭ ਚਿੰਤਕ ਹੈਗੇ ਆ, ਜਿਹੜੇ ਕਿ ਕਹਿੰਦੇ ਕਿ ਪੂਰੇ ਪੰਜਾਬ ਵਿੱਚ ਹੀ ਨਹੀਂ ਹੈਗੇ, ਪੂਰੇ ਭਾਰਤ ਵਿੱਚ ਹੈਗੇ ਆ, ਕਿਉਂਕਿ ਮੈਂ ਪੂਰੇ ਭਾਰਤ ਵਿੱਚ ਸਮਾਜ ਸੇਵਾ ਦੇ ਕੰਮ ਕੀਤੇ ਹੈ। ਔਰ ਇੱਥੋਂ ਤੱਕ ਹੀ ਨਹੀਂ, ਮੈਂ ਕਮ ਸੇ ਕਮ 20 ਦੇਸ਼ਾਂ ਦੇ ਵਿੱਚ ਵੀ, ਯੂਰਪ, UK, USA, ਆਸਟ੍ਰੇਲੀਆ, ਮੈਨੂੰ ਹੀ ਨਹੀਂ ਯਾਦ ਹੋਏਗਾ, ਤੇ ਉਹ ਵੀ ਸਾਰੇ ਜਿਹੜੇ ਹੈਗੇ ਉੱਥੇ ਜਿੱਥੇ ਮੈਨੂੰ ਬੜਾ ਪਿਆਰ ਮਿਲਿਆ, ਤੇ ਉਹ ਵੀ ਮੇਰੇ ਸ਼ੁਭ ਚਿੰਤਕ ਹੈ। ਉਹਨਾਂ ਦੇ ਕਾਰਨ ਹੀ ਜਿਹੜਾ ਹੈਗਾ ਮੈਂ ਸਭ ਕੁਝ ਕਰ ਸਕਨੀ ਹਾਂ, ਕਿਉਂਕਿ ਵਸੂਦੈਵ ਕੁਟੁੰਬਕਮ ਭਾਵਨਾ ਮੰਨੀ ਹੈ। ਮੈਂ ਸਾਰੇ, ਭਾਵੇਂ ਉਹ ਅੰਮ੍ਰਿਤਸਰ ਦਾ ਹੋਏ, ਪੰਜਾਬ ਦਾ ਹੋਏ, MP ਦਾ ਹੋਏ, UP ਦਾ ਹੋਏ, ਕਿੱਥੋਂ ਦਾ ਵੀ ਹੋਏਗਾ, ਮੈਨੂੰ ਉਹ ਲੱਗਦਾ ਕਿ ਨਹੀਂ, ਮੇਰਾ ਆਪਣਾ ਭੈਣ ਹੈ, ਮੇਰੀ ਆਪਣੀ ਭਰਾ ਹੈ, ਮੇਰੇ ਆਪਣਾ ਬੇਟਾ ਹੈ, ਮੇਰਾ ਆਪਣੀ ਬੇਟੀ ਹੈ। ਔਰ ਮੈਂ ਇਹਦੇ ਵਾਸਤੇ ਜਿਹੜਾ ਜੋ ਵੀ ਮੈਂ ਕੁਝ ਕਰ ਸਕਨੀ ਹਾਂ, ਜੋ ਮੇਰੇ ਚ ਤਨ ਮਨ ਧਨ ਨਾਲ ਜੋ ਵੀ ਮੇਰੀ ਖਮਤਾ ਹੈ, ਉਹ ਮੈਂ ਕਰਨਾ ਹੀ ਹੈ ਔਰ ਮੇਰੀ ਕੋਸ਼ਿਸ਼ ਵੀ ਹੁੰਦੀ ਹੈ। ਮੈਮ, ਅਸੀਂ ਦੇਖਿਆ ਸੀ ਕਿ ਕਰੋਨਾ ਕਾਲ ਦੇ ਸਮੇਂ 'ਚ ਵੀ ਤੁਸੀਂ ਫ੍ਰੀ ਮਾਸਕ ਵੰਡੇ ਸੀ, ਬਣਾਏ ਸੀ ਘਰ 'ਚ ਬਹਿ ਕੇ ਵੀ। ਇਸ ਬਾਰੇ ਤੁਸੀਂ ਕੀ ਕਹੋਗੇ? ਹਾਂ, ਇਹ ਕਰੋਨਾ ਕਾਲ ਜਿਹੜਾ ਸੀ ਉਹ ਮੈਨੂੰ ਲੱਗਦਾ ਕਿ ਮੇਰੇ ਵਾਸਤੇ ਵੀ ਇੱਕ ਪਰੀਖਿਆ ਸੀ, ਕਿਉਂਕਿ ਮੇਰੀ ਏਜ ਕਾਫੀ ਹੈ ਔਰ ਸਾਰੇ ਮੈਨੂੰ ਇਹ ਕਹਿੰਦੇ ਸੀ ਕਿ ਮੈਡਮ ਤੁਸੀਂ ਬਾਹਰ ਨਾ ਜਾਓ ਔਰ ਤੁਸੀਂ ਘਰ ਵੀ ਨਾ ਆਉਣ ਦਿਓ ਲੋਕਾਂ ਨੂੰ। ਪਰ ਉਹ ਇੱਕ ਜਿਹੜਾ ਮੈਂ ਇੱਕ ਕਰ ਚੁੱਕੀ ਹੋਈ ਹਾਂ, ਆਪਣੇ ਆਪ ਨਾਲ ਸੰਕਲਪ ਕਰ ਚੁੱਕੀ ਹਾਂ, ਪ੍ਰੋਮਿਸ ਕਰ ਚੁੱਕੀ ਹਾਂ। ਤੇ ਮੈਨੂੰ ਜਦੋਂ ਵੀ ਕੋਈ, ਉਸ ਵੇਲੇ ਬਹੁਤ ਜ਼ਿਆਦਾ ਪ੍ਰੋਬਲਮ ਵਿੱਚ ਸੀਗੇ, ਝੁੱਗੀ ਚੌਂਪੜੀ ਵਾਲੇ, ਸਲਮ ਏਰੀਆ ਵਾਲੇ, ਅਨਐਮਪਲੋਇਮੈਂਟ ਹੋ ਗਈ ਸੀ, ਲੋਕ ਜਿਹੜੇ ਸੀ ਬੜੇ ਸਟ੍ਰੈਸ ਦੇ ਵਿੱਚ ਆ ਗਏ ਸੀਗੇ, ਟੈਨਸ਼ਨ ਵਿੱਚ ਆ ਗਏ ਸੀ, ਤੇ ਉਹ ਮੇਰੇ ਕੋਲ ਆਉਂਦੇ ਸੀਗੇ ਔਰ ਮੈਂ ਉਹਨਾਂ ਵਾਸਤੇ ਨੱਠਦੀ ਵੀ ਸੀਗੀ। ਤੇ ਪਹਿਲੇ ਤਾਂ ਸਭ ਤੋਂ ਪਹਿਲੇ ਤਾਂ ਮਾਸਕ ਚਾਹੀਦੇ ਸੀਗੇ ਔਰ ਨਾ ਕੋਈ ਕੱਪੜਾ ਬਾਹਰ, ਨਾ ਕੋਈ ਸਾਰਾ ਕੁਛ ਵੀ ਨਹੀਂ ਸੀ ਮਤਲਬ ਖੁੱਲਿਆ ਹੋਇਆ। ਫਿਰ ਮੈਂ ਕੀ ਕੀਤਾ, ਆਪਣੀ ਮਸ਼ੀਨ ਲਈ, ਹਾਲਾਂਕਿ ਬਾਈ ਚਾਂਸ ਕਿਸੇ ਜਦੋਂ ਮੈਂ ਮਸ਼ੀਨ ਲਵਾਂ ਤੇ ਮਸਲਾ ਏਰੀਆ 'ਚ ਕਾਫੀ ਵੰਡਦੀ ਰਹੀ ਹੈ ਐਮਪਲੋਇਮੈਂਟ ਦੇ ਕਾਰਨ, ਤੇ ਮੈਂ ਕੁਛ ਦੇਰ ਪਹਿਲੇ ਲਈ ਸੀ ਤੇ ਮੈਂ ਘਰ ਬਣਾਉਣੇ ਸ਼ੁਰੂ ਕਰਤੇ। ਘਰ ਹੀ ਸੀ, ਮੇਰੀਆਂ ਚਾਦਰਾਂ ਵੀ ਨਿਕਲ ਆਈਆਂ, ਸਫੇਦ ਚਾਦਰਾਂ ਸੀਗੀਆਂ ਔਰ ਨਾਲ ਹੀ ਧਾਗਾ ਤੇ ਖੈਰ ਹੁੰਦਾ ਹੀ ਹੈਗਾ। ਔਰ ਮੈਨੂੰ ਬੜਾ ਅੱਛਾ ਲੱਗਿਆ ਕਿ ਮੈਂ ਉਹ ਬਣਾ ਕਰਕੇ ਪੁਲਿਸ ਵਾਲਿਆਂ ਨੂੰ ਵੀ ਦਿੱਤੇ, ਰਿਕਸ਼ਾ ਵਾਲਿਆਂ ਨੂੰ, ਜਿੰਨੇ ਵੀ ਮਤਲਬ ਮੈਂ ਹਸਪੀਟਲਾਂ ਵਿੱਚ ਵੀ ਅਸੀਂ ਜਾ ਕਰਕੇ ਉਹਨਾਂ ਨੂੰ ਦਿੱਤੇ, ਜੋ ਵੀ ਸਾਨੂੰ ਰਸਤੇ 'ਚ ਮਿਲਦਾ ਸੀਗਾ ਅਸੀਂ ਕਰਦੇ ਰਹਿੰਦੇ ਸੀ। ਔਰ ਕੋਵਿਡ ਦੇ ਵਿੱਚ ਘਰ ਦੇ ਵਿੱਚ ਹੀ, ਕਿਉਂਕਿ ਬੰਦਾ ਜਿਹੜਾ ਘਰ ਬੈਠਾ ਹੋਇਆ, ਖਾਲੀ ਬੈਠਾ ਹੈ ਔਰ ਪੈਸਾ ਉਹਨੂੰ ਆ ਨਹੀਂ ਰਿਹਾ, ਖਰਚ ਹੋ ਰਿਹਾ ਵੈ, ਤੇ ਉਹ ਸਾਰੀ ਦੀ ਸਾਰੀ ਜਿਹੜੀ ਆਪਣੀ ਕਹਿੰਦੇ ਸੀ ਕ੍ਰੋਧ ਜਿਹੜਾ ਸੀ, ਗੁੱਸਾ ਸੀ, ਉਹ ਆਪਣੀ ਪਤਨੀ ਤੇ ਨਿਕਾਲਦਾ ਸੀ ਔਰ ਉਹਨਾਂ ਨੇ ਮਾਰਨਾ ਵੀ ਸ਼ੁਰੂ ਕਰਤਾ। ਘਰ ਦੇ ਵਿੱਚ ਵੀ ਬੱਚੇ ਜਿਹੜੇ ਸੀ, ਲੜਕੇ ਸੀ, ਉਹਨਾਂ ਨੇ ਸ਼ਰਾਬ ਤੋਂ ਪਹਿਲੇ ਹੀ ਪੀ ਰਹੇ ਸੀਗੇ, ਉਹ ਵੀ ਬੜੇ ਸਟ੍ਰੈਸ ਵਿੱਚ ਆਏ। ਕਈ ਤੇ ਇਹੋ ਜਿਹੀਆਂ ਮੇਰੇ ਕੋਲ ਲੇਡੀਜ਼ ਆਉਣ ਲੱਗੀਆਂ ਕਿ ਅਸੀਂ ਬੜੇ ਪਰੇਸ਼ਾਨ ਹੋ ਗਏ, ਹੁਣ ਸਾਡੇ ਕੋਲ ਮਰਨ ਤੋਂ ਇਲਾਵਾ ਕੋਈ ਰਸਤਾ ਨਹੀਂ। ਫਿਰ ਮੈਂ ਉਹਨਾਂ ਨੂੰ ਅਵੇਕਨ ਕਰਦੀ ਸੀ, ਉਹਨਾਂ ਨੂੰ ਮਜ਼ਬੂਤ ਕਰਦੀ ਸੀ ਕਿ ਨਹੀਂ, ਔਰਤ ਜਿਹੜੀ ਆ ਬੜੀ ਸ਼ਕਤੀਸ਼ਾਲੀ ਹੈ। ਮੈਮ, ਜਿਵੇਂ ਕਿ ਤੁਸੀਂ ਨਸ਼ੇ ਵਾਸਤੇ ਵੀ ਬਹੁਤ ਕੁਝ ਕੀਤਾ, ਨਸ਼ਾ ਸੁਧਾਰ ਕਰਨ ਵਾਸਤੇ, ਤੇ ਪੰਜਾਬ 'ਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜ਼ਿਆਦਾ ਨਸ਼ਾ ਹੋਇਆ ਪਿਆ। ਤੁਸੀਂ ਸਿਰਫ ਪੰਜਾਬ ਵਾਸਤੇ ਕੀਤਾ ਸੀ ਜਾਂ ਪੰਜਾਬ ਤੋਂ ਬਾਹਰ ਸਟੇਟ ਸੀ ਉਹਨਾਂ ਵਾਸਤੇ ਵੀ? ਨਸ਼ਾ ਜਿਹੜਾ ਹੈਗਾ ਉਹ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ DNA 'ਚ ਹੀ ਵੜ ਗਿਆ ਹੋਇਆ ਵੈ। ਬਈ ਥੋੜਾ ਜਿਹਾ ਵੀ ਮੰਨ ਲਓ, ਜਿਸ ਤਰ੍ਹਾਂ ਸਟ੍ਰੈਸ ਦੇ ਵਿੱਚ ਆਏ ਤੇ ਬੱਚਿਆਂ ਨੇ ਜਿਹੜਾ ਨਸ਼ਾ ਸ਼ੁਰੂ ਕਰਤਾ। ਫਿਰ ਉੱਥੇ ਜੇਲ੍ਹਾਂ ਵਿੱਚ ਵੀ ਨਸ਼ਾ ਬੜਾ ਚੱਲਦਾ ਸੀਗਾ, ਘਰਾਂ ਦੇ ਵਿੱਚ ਤਾਂ ਹੁੰਦਾ ਹੀ ਸੀਗਾ। ਬੜੇ ਛੋਟੇ ਬੱਚੇ ਵੀ ਉਹ ਪਤਾ ਨਹੀਂ ਕੀ ਜਿਸ ਤਰ੍ਹਾਂ ਉਹ ਖੈਨੀ ਵੈਨੀ ਲੈਂਦੇ ਹੈਗੇ ਹੈ ਨਾ। ਤੇ ਬਸ ਇਹ ਇਸ ਕਰਕੇ ਵੀ ਸੀਗਾ ਕਿਉਂਕਿ ਇੱਕ ਤਾਂ ਘਰਾਂ ਵਿੱਚ ਸ਼ਾਂਤੀ ਨਹੀਂ ਸੀ, ਆਪਸ ਦੇ ਵਿੱਚ ਬੜਾ ਮਨਮੁਟਾਵ ਹੁੰਦਾ ਸੀਗਾ, ਹੈ ਨਾ। ਫਿਰ ਪੈਸਾ ਨਹੀਂ ਘਰ ਵਿੱਚ ਤਾਂ ਵੀ ਆ ਜਾਂਦੀ ਹੈ ਵਾਲੀ ਨਸ਼ੇ ਵਾਲੀ ਪ੍ਰੋਬਲਮ, ਬੇਰੁਜ਼ਗਾਰੀ ਹੁੰਦੀ ਹੈ ਤਾਂ ਵੀ ਨਸ਼ੇ ਵਾਲੀ ਆ ਜਾਂਦੀ ਹੈ
है ना। ਹੁਣ ਪੜ੍ਹ ਲਿਖ ਗਿਆ ਇਨਸਾਨ, ਉਸ ਤੋਂ ਬਾਅਦ ਰੋਜ਼ਗਾਰ ਨਹੀਂ ਮਿਲਿਆ ਤਾਂ ਨਸ਼ੇ ਦੀ ਲੱਤ ਆ ਜਾਂਦੀ ਹੈ। ਤੇ ਫਿਰ ਉਹੀ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਅਗਰ ਨਸ਼ਾ ਕਰਨਾ ਤੁਸੀਂ ਆਪਣੇ ਦੇਸ਼ ਪ੍ਰੇਮ ਦਾ ਕਰੋ, ਤੁਸੀਂ ਦੇਸ਼ ਵਾਸਤੇ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ, ਪੇਰੈਂਟਸ ਵੀ ਈਵਨ ਸਾਡੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੈਗੇ ਆ। ਕਿਉਂ ਭੇਜਣਾ ਬਈ, ਜਦ ਕਿ ਸਾਰਾ ਕੁਝ ਇੱਥੇ ਹੈਗਾ। ਜਿੱਦਾਂ ਮੈਮ ਤੁਸੀਂ ਰੇਪ ਦੇ ਬਾਰੇ ਗੱਲ ਕੀਤੀ ਹੈ, ਸਾਡਾ ਸਮਾਜ ਇਸ ਟਾਈਮ ਤੇ ਏਦਾਂ ਦਾ ਹੈਗਾ ਕਿ ਕਾਫੀ ਜਗ੍ਹਾ ਤੇ ਰੇਪ ਹੁੰਦਾ, ਜਿੱਦਾਂ ਨਿਰਭया ਕੇਸ ਅਸੀਂ ਵੇਖਿਆ, ਕਥੂਆ ਕੇਸ ਤੇ ਕਈ ਕੇਸ ਏਦਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਹੈ, ਦੱਬੇ ਜਾਂਦੇ ਨੇ ਕੁਝ ਕੇਸ, ਪਰ ਸਰਕਾਰ ਵੀ ਉਸ ਚੀਜ਼ ਬਾਰੇ ਕੁਝ ਨਹੀਂ ਕਰਦੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਏਦਾਂ ਦਾ ਲਾਅ ਬਣਨਾ ਚਾਹੀਦਾ ਹੈ? ਜੇਕਰ ਤੁਸੀਂ ਵਿਦੇਸ਼ਾਂ 'ਚ ਵੇਖੋ ਤੇ ਜੇ ਰੇਪ ਹੁੰਦਾ ਤੇ ਜਾਂ ਤਾਂ ਔਨ ਦਾ ਪੁਆਇੰਟ ਸ਼ੂਟ ਕੀਤਾ ਜਾਂਦਾ ਹੈ ਜਾਂ ਹੈਂਗ ਕੀਤਾ ਜਾਂਦਾ ਹੈ, ਪਰ ਸਾਡੇ ਦੇਸ਼ 'ਚ ਏਦਾਂ ਦਾ ਕੋਈ ਵੀ ਰੂਲ ਨਹੀਂ ਬਣਿਆ ਹੋਇਆ ਹਾਲੇ ਤੱਕ। ਬਿਲਕੁਲ ਤੁਸੀਂ ਠੀਕ ਕਿਹਾ। ਮੈਂ ਤਾਂ ਖੁਦ ਐਸੇ ਕਹਿਣਾ ਚਾਹੀਏ ਓਪੀਨੀਅਨ ਦੇ ਹੈਗੀ ਆ ਕਿ ਉਸੇ ਵੇਲੇ ਤੁਸੀਂ ਸਜ਼ਾ ਦੇ ਦਿਓ। ਜਿਸ ਤਰ੍ਹਾਂ ਅਰੇਬੀਅਨ ਕੰਟਰੀਜ਼ ਦੇ ਵਿੱਚ ਉਸੇ ਵੇਲੇ ਜਿਹੜਾ ਰੇਪ ਕਰਦਾ ਉਹਨੂੰ ਉਸੇ ਵੇਲੇ ਗੋਲੀ ਮਾਰਦੇ ਔਰ ਟੰਗ ਦਿੰਦੇ ਆ, ਔਰ ਕਿੰਨੀ ਦੇਰ ਜਿਹੜਾ ਹੈਗਾ ਉਹ ਪੂਰਾ ਟੰਗਿਆ ਰਹਿੰਦਾ ਵਾ, ਤਾਂ ਕਿ ਸਾਰੇ ਦੇਖਣ ਕਿ ਇਸ ਵਿਅਕਤੀ ਨੇ ਰੇਪ ਕੀਤਾ। ਉਹਨਾਂ ਦੀ ਰੇਪ ਕਰਨ ਦੀ ਜਿਹੜੀ ਕਿਸੇ ਵੀ ਦੂਸਰੇ ਬੰਦੇ ਦੀ ਜਿਹੜੀ ਹਿੰਮਤ ਨਹੀਂ ਹੁੰਦੀ ਹੈਗੀ। ਲੇਕਿਨ ਸਾਡਾ ਦੇਸ਼ ਜਿਹੜਾ ਉਹ ਮੋਮਬੱਤੀਆਂ ਜਲਾ ਲੀਆਂ, ਕਰ ਲਿਆ, ਉਹ ਕਰ ਲਿਆ, ਫਾਸਟ ਟਰੈਕ ਵੀ ਬਣਵਾਏ ਆ, ਬੜਾ ਅਸੀਂ ਲੋਕ ਵਿਰੋਧ ਵੀ ਕੀਤਾ, ਜੋ ਵੀ ਕੀਤਾ, ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਕੁਝ ਵੀ ਨਹੀਂ ਹੋ ਰਿਹਾ। ਕਿਉਂਕਿ ਅੱਜ ਜਿਹੜਾ ਸਾਡਾ ਸਮਾਜ, ਸਾਡੀਆਂ ਆਪਣੀਆਂ ਬੇਟੀਆਂ ਦੇਖੋ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਅੱਜ ਜਿਹੜੀ ਚੁੰਨੀ ਸਾਡੀ ਇੱਕ ਸਭਿਅਤਾ ਦੀ ਕਹਿਣਾ ਚਾਹੀਏ ਕਿ ਮਿਸਾਲ ਹੈਗੀ ਹੈ ਨਾ, ਇੱਕ ਲਾਜ ਹੈ, ਇੱਕ ਸ਼ਰਮ ਹੈ, ਇੱਕ ਹਿਆ ਹੈ, ਉਹ ਪਤਾ ਹੀ ਨਹੀਂ ਕਿੱਥੇ ਚਲੀ ਗਈ ਹੈ ਨਾ। ਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਾਪਸ ਲਿਆਉਣੀਆਂ ਚਾਹੀਦੀਆਂ, ਕਿਉਂਕਿ ਇਹ ਸਾਡਾ ਜਿਹੜਾ ਇੱਕ ਵਿਰਾਸਤ ਹੈਗੀ, ਅਸੀਂ ਵਿਰਾਸਤ ਨੂੰ ਸੰਭਾਲ ਹੀ ਨਹੀਂ ਪਾ ਰਹੇ। ਵਿਰਾਸਤ ਅਗਰ ਖਤਮ ਹੋ ਜਾਏਗੀ ਤਾਂ ਮੈਨੂੰ ਲੱਗਦਾ ਫਿਰ ਦੁਬਾਰਾ ਅੰਗਰੇਜ਼ ਆ ਜਾਣਗੇ। ਅੱਜ ਅਸੀਂ ਅੰਗਰੇਜ਼ੀਅਤ ਦੇ ਪਿੱਛੇ ਚੱਲ ਰਹੇ ਹਾਂ, ਅਸੀਂ ਪਾਸ਼ਚਾਤਯ ਸਭਿਅਤਾ ਦੇ ਚੱਲ ਰਹੇ ਹਾਂ, ਅੱਜ ਅਸੀਂ ਬਾਹਰ ਜਾਣਾ ਚਾਹ ਰਹੇ ਹਾਂ। ਅਰੇ ਉਹ ਲੋਕ ਤਾਂ ਸਾਨੂੰ ਫੋਲੋ ਕਰ ਰਹੇ ਆ, ਸਾਡੀ ਸੰਸਕ੍ਰਿਤੀ ਨੂੰ, ਸਾਡੇ ਰਾਮ ਨਾਮ ਨੂੰ ਫੋਲੋ ਕਰ ਰਹੇ ਆ, ਔਰ ਸਾਡੇ ਧਾਰਮਿਕ ਗੁਰੂਆਂ ਨੂੰ ਫੋਲੋ ਕਰ ਰਹੇ ਆ, ਔਰ ਅਸੀਂ ਜਿਹੜੇ ਉਹਨਾਂ ਦੇ ਪਿੱਛੇ ਜਾ ਰਹੇ ਆ। ਤੇ ਅਸੀਂ ਕਮ ਸੇ ਕਮ ਮੈਂ ਤਾਂ ਸੋਚੀਏ ਕਿ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਤੇ ਉਹਨਾਂ ਦੇ ਅਸੀਂ ਚਰਨ ਚਿੰਨ੍ਹਾਂ ਤੇ ਚੱਲੀਏ, ਉਹਨਾਂ ਨੂੰ ਫੋਲੋ ਤਾਂ ਕਰੀਏ। ਵਿਆਹ ਨੂੰ ਇੱਕ ਬਹੁਤ ਜ਼ਿਆਦਾ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ, ਪਰ ਅੱਜ ਦੇ ਦੌਰ ਤੇ ਵੇਖੀਏ ਤੇ ਵਿਆਹ ਵੀ ਇੱਕ ਸੌਦਾ ਬਣ ਚੁੱਕਾ ਹੈ ਕਿ ਜਿੰਨੇ ਪੈਸੇ ਮੁੰਡੇ ਕੋਲ ਹੋਣਗੇ ਤੇ ਕੁੜੀ ਨੂੰ ਦੇ ਦਿਓ, ਕੁੜੀ ਲੈ ਜਾਏਗੀ ਵਿਆਹ ਕਰਵਾ ਕੇ ਤੁਸੀਂ। ਪਰ ਤੁਸੀਂ ਇਹ ਪ੍ਰਥਾ ਨੂੰ ਵੀ ਖਤਮ ਕੀਤਾ, ਦਹੇਜ ਪ੍ਰਥਾ ਨੂੰ ਵੀ। ਬਹੁਤ ਸਾਰੀਆਂ ਇਹ ਦਹੇਜ ਪ੍ਰਥਾ ਨੂੰ ਤੇ 1961 ਦਾ ਸੀਗਾ, ਔਰ ਮੈਂ ਮੱਧ ਪ੍ਰਦੇਸ਼ ਵਿੱਚ ਇੱਥੇ ਵੀ ਗਈ, ਉੱਥੇ ਗਵਰਨਮੈਂਟ ਦੀ ਤੇ ਬਹੁਤ ਸਾਰੀਆਂ ਉਹਦੇ ਵਿੱਚ ਸੀ 1961 ਦਾ ਦਹੇਜ ਪ੍ਰਤੀਸ਼ੇਧ ਨਿਯਮ ਹੈ। ਲੇਕਿਨ ਔਰ ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਬਿਨਾਂ ਦਹੇਜ ਸ਼ਾਦੀਆਂ ਕਰਵਾਈਆਂ ਮੈਂ, ਇੱਥੇ ਵੀ ਕਰਵਾਈਆਂ ਮੈਂ, ਪੰਜਾਬ ਵਿੱਚ ਵੀ ਕਰਵਾਈਆਂ, ਪੂਰੇ ਇੰਡੀਆ ਵਿੱਚ ਵੀ ਕਰਵਾਈਆਂ, ਸੰਕਲਪ ਪੱਤਰ ਵੀ ਭਰਵਾਏ ਗਏ। ਲੇਕਿਨ ਉਸ ਤੋਂ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਇਹ ਦਹੇਜ ਜਿਹੜਾ ਹੈਗਾ ਇਹ ਕਹਿਣਾ ਚਾਹੀਦਾ ਕਿ ਇੱਕ ਬਿਜ਼ਨਸ ਜਿਹਾ ਇਹਨਾਂ ਨੇ ਬਣਾ ਲਿਆ ਹੋਇਆ ਹੈ ਨਾ। ਬਈ ਔਰਤ ਨੂੰ ਤੋਲਿਆ ਜਾਂਦਾ ਹੈ, ਨਾਰੀ ਨੂੰ ਤੋਲਿਆ ਜਾਂਦਾ ਵੈ, ਬਈ ਉਹਨੂੰ ਦੇਖਿਆ ਜਾਂਦਾ ਉਹਦੀ ਸ਼ਕਲ ਕੈਸੀ ਹੈ, ਉਹਦੇ 'ਚ ਗੁਣ ਕੀ ਹੈ, ਉਹਦੇ 'ਚ ਕੀ ਹੌਬੀ ਕੀ ਹੈ, ਉਹਦੀ ਕਿੰਨੀ ਪੜ੍ਹੀ ਲਿਖੀ ਹੈ। ਅਰੇ ਬੜਾ ਦੁੱਖ ਜਿਹਾ ਹੁੰਦਾ ਵੈ ਕਿ ਲੜਕੀ ਜਿਹੜੀ ਕਿ ਅੱਗੇ ਵੀ ਪਰਿਵਾਰਾਂ ਨੂੰ ਬਣਾਉਣਾ, ਜਿਹਦਾ ਕਿ ਕਹਿੰਦੇ ਨਾ ਤਿਆਗ ਬਲੀਦਾਨ ਦੀ ਮੂਰਤ ਹੈ, ਜਿੰਨੇ ਕਿ ਪਰਿਵਾਰ ਅੱਗੇ ਬਣਾਉਣੇ, ਔਰ ਉਹਨਾਂ ਨੂੰ ਉਹ ਅਗਰ ਮੰਨ ਲਓ ਐਸੇ ਮਾਨਸਿਕਤਾ ਨਾਲ ਜਾਏਗੀ ਕਿ ਹਾਂ ਮੇਰੇ ਪਿਤਾ ਜੀ ਨੇ ਸਾਰਾ ਕੁਝ ਵੇਚ ਕੇ ਮੇਰੀ ਸ਼ਾਦੀ ਕੀਤੀ ਸੀ, ਦਹੇਜ ਦਿੱਤਾ ਸੀ, ਉਹ ਕਦੀ ਬਣ ਸਕਦੀ ਉੱਥੇ ਜਾ ਕੇ ਬੇਟੀ?